ਜਪੁਜੀ ਸਾਹਿਬ ਦੀ ਵਿਚਾਰਧਾਰਾ ਨੂੰ ਸਮਝਣਾ ਇੱਕ ਬਹੁਤ ਹੀ ਖਾਸ ਸਫ਼ਰ ਹੈ। ਇਹ ਇੱਕ ਸਵਾਲ ਤੋਂ ਸ਼ੁਰੂ ਹੁੰਦਾ ਹੈ ਕਿ ਇੱਕ ਸੀਮਿਤ ਇਨਸਾਨ ਉਸ ਬੇਅੰਤ, ਉਸ ਅਸੀਮ ਨੂੰ ਕਿਵੇਂ ਸਮਝ ਸਕਦਾ ਹੈ। ਅੱਜ ਆਪਾਂ ਇਸੇ ਸਫ਼ਰ ਤੇ ਚੱਲਾਂਗੇ, ਬ੍ਰਹਮ ਗਿਆਨ ਯਾਨੀ ਰੱਬੀ ਸਮਝ ਦੇ ਉਸ ਮਾਰਗ ਤੇ ਜਿਸ ਦਾ ਰਾਹ ਜਪੁਜੀ ਸਾਹਿਬ ਨੇ ਦਿਖਾਇਆ ਹੈ। ਇਸ ਸਫ਼ਰ ਨੂੰ ਸ਼ੁਰੂ ਕਰਨ ਲਈ ਬਾਣੀ ਇੱਕ ਬਹੁਤ ਹੀ ਖੂਬਸੂਰਤ ਤਸਵੀਰ ਪੇਸ਼ ਕਰਦੀ ਹੈ। ਸੋਚੋ, ਬੇਅੰਤ ਬ੍ਰਹਮ ਤੱਤ ਇੱਕ ਮਹਾਨ ਸਮੁੰਦਰ ਵਾਂਗ ਹੈ। ਹੁਣ ਜੇ ਪ੍ਰਮਾਤਮਾ ਇੰਨਾ ਵਿਸ਼ਾਲ, ਇੰਨਾ ਬੇਅੰਤ ਹੈ, ਤਾਂ ਫਿਰ ਸਾਡੀ ਛੋਟੀ ਜਿਹੀ ਮਨੁੱਖੀ ਸੋਚ ਉਸ ਨੂੰ ਕਿਵੇਂ ਸਮਝੇਗੀ, ਕਿਵੇਂ ਪਾਰ ਕਰੇਗੀ ਇਹ ਸਮੁੰਦਰ? ਤਾਂ ਫਿਰ ਇਸ ਯਾਤਰਾ ਤੇ ਅੱਗੇ ਵਧਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਤਾਂ ਮੰਜ਼ਿਲ ਨੂੰ ਸਮਝਣਾ ਪਵੇਗਾ, ਹੈ ਨਾ? ਯਾਨੀ ਕਿ ਉਸ ਬੇਅੰਤ ਬ੍ਰਹਮ ਨੂੰ, ਉਸ ਅਨੰਤ ਸੁਭਾਅ ਨੂੰ, ਜਿਸ ਨੂੰ ਸਮਝਣ ਦੀ ਕੋਸ਼ਿਸ਼ ਕਰਨਾ ਹੀ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਗੱਲ ਹੈ। ਅੱਛਾ, ਆਪਾਂ ਵਾਰ-ਵਾਰ ਬ੍ਰਹਮ ਗਿਆਨ ਸ਼ਬਦ ਵਰਤ ਰਹੇ ਹਾਂ, ਪਰ ਇਹ ਹੈ ਕੀ ਅਸਲ ਵਿੱਚ? ਦੇਖੋ, ਇਹ ਸਿਰਫ ਕਿਤਾਬੀ ਗਿਆਨ ਜਾਂ ਕੋਈ ਜਾਣਕਾਰੀ ਇਕੱਠੀ ਕਰਨਾ ਨਹੀਂ ਹੈ। ਨਹੀਂ, ਇਹ ਤਾਂ ਇੱਕ ਅਜਿਹੀ ਡੂੰਘੀ ਸਮਝ ਹੈ, ਇੱਕ ਅਜਿਹੀ ਬੁੱਧੀ ਹੈ ਜੋ ਇਨਸਾਨ ਨੂੰ ਅੰਦਰੋਂ ਬਦਲ ਦਿੰਦੀ ਹੈ। ਇਹ ਉਹ ਅੰਤਿਮ ਸੱਚਾਈ ਦੀ ਸਮਝ ਹੈ ਜੋ ਸਿੱਧਾ ਬ੍ਰਹਮ ਨਾਲ ਇੱਕ ਮਿਕ ਕਰ ਦਿੰਦੀ ਹੈ। ਜਪਜੀ ਸਾਹਿਬ ਫਿਰ ਇੱਕ ਬਹੁਤ ਹੀ ਦਿਲਚਸਪ ਤੁਲਨਾ ਕਰਦਾ ਹੈ। ਸੋਚ ਕੇ ਦੇਖੋ, ਇੱਕ ਪਾਸੇ ਇੱਕ ਇਨਸਾਨ ਹੈ ਜਿਸ ਦੇ ਕੋਲ ਸੋਨੇ ਚਾਂਦੀ ਦੇ ਪਹਾੜਾਂ ਜਿੱਡੇ ਢੇਰ ਲੱਗੇ ਹੋਏ ਨੇ, ਤੇ ਦੂਜੇ ਪਾਸੇ ਇੱਕ ਬਿਲਕੁਲ ਨਿਮਾਣਾ ਜਿਹਾ ਸ਼ਰਧਾਲੂ ਹੈ ਜੋ ਬਸ ਆਪਣੇ ਮਨ ਵਿੱਚ ਪਰਮਾਤਮਾ ਨੂੰ ਯਾਦ ਕਰ ਰਿਹਾ ਹੈ। ਬਾਣੀ ਕਹਿੰਦੀ ਹੈ ਕਿ ਅਸਲੀ ਦੌਲਤ, ਅਸਲੀ ਅਮੀਰੀ ਉਸ ਸ਼ਰਧਾਲੂ ਕੋਲ ਹੈ। ਇਹ ਦੁਨੀਆ ਦੀ ਸੋਚ ਤੋਂ ਬਿਲਕੁਲ ਉਲਟ ਗੱਲ ਹੈ ਨਾ? ਪਰ ਇੱਥੇ ਇੱਕ ਬਹੁਤ ਵੱਡਾ ਸਵਾਲ ਖੜਾ ਹੁੰਦਾ ਹੈ। ਜੇਕਰ ਮਨੁੱਖੀ ਬੁੱਧੀ ਦੀ ਕੋਈ ਪਹੁੰਚ ਹੀ ਨਹੀਂ ਹੈ, ਜੇ ਸਾਰੀਆਂ ਕੋਸ਼ਿਸ਼ਾਂ ਬੇਕਾਰ ਹਨ, ਤਾਂ ਫਿਰ ਰਸਤਾ ਕੀ ਹੈ? ਜੇ ਬ੍ਰਹਮ ਸਾਡੀ ਸਮਝ ਤੋਂ, ਸਾਡੀ ਪਕੜ ਤੋਂ ਇੰਨਾ ਪਰੇ ਹੈ, ਤਾਂ ਫਿਰ ਕੋਈ ਉਸ ਨਾਲ ਜੁੜੇਗਾ ਕਿਵੇਂ? ਇਸੇ ਸਵਾਲ ਦਾ ਜਵਾਬ ਜਪਜੀ ਸਾਹਿਬ ਇੱਕ ਬਹੁਤ ਹੀ ਕਮਾਲ ਦੇ ਰੂਪਕ, ਇੱਕ ਮੈਟਾਫਰ ਨਾਲ ਦਿੰਦਾ ਹੈ। ਉਹ ਇੱਕ ਸੱਚੀ ਟਕਸਾਲ ਦੀ ਗੱਲ ਕਰਦੇ ਨੇ, ਇੱਕ ਅਜਿਹੀ ਅਧਿਆਤਮਿਕ ਪੱਠੀ ਜਾਂ ਵਰਕਸ਼ਾਪ ਜਿੱਥੇ ਸੱਚੇ ਸ਼ਬਦ ਨੂੰ ਘੜਿਆ ਜਾਂਦਾ ਹੈ, ਆਤਮਾ ਨੂੰ ਇੱਕ ਨਵਾਂ ਰੂਪ ਦਿੱਤਾ ਜਾਂਦਾ ਹੈ। ਅੱਛਾ, ਤਾਂ ਇਹ ਟਕਸਾਲ ਕੰਮ ਕਿਵੇਂ ਕਰਦੀ ਹੈ? ਇਸ ਦਾ ਪੂਰਾ ਬਲੂਪ੍ਰਿੰਟ, ਪੂਰਾ ਨਕਸ਼ਾ ਸਾਨੂੰ ਜਪਜੀ ਸਾਹਿਬ ਦੀ 38ਵੀਂ ਪੌੜੀ ਵਿੱਚ ਮਿਲਦਾ ਹੈ। ਇਹ ਸਾਨੂੰ ਸਟੈਪ ਬਾਏ ਸਟੈਪ ਦੱਸਦੀ ਹੈ ਕਿ ਕਿਵੇਂ ਇਸ ਅਧਿਆਤਮਿਕ ਪੱਠੀ ਵਿੱਚ ਕੰਮ ਹੁੰਦਾ ਹੈ, ਕਿਵੇਂ ਆਤਮਾ ਨੂੰ ਸ਼ੁੱਧ ਕੀਤਾ ਜਾਂਦਾ ਹੈ। ਦੇਖੋ, ਇਹ ਕਿੰਨੀ ਕਮਾਲ ਦੀ ਗੱਲ ਹੈ। ਇਸ ਟਕਸਾਲ ਵਿੱਚ ਹਰ ਚੀਜ਼ ਇੱਕ ਗੁਣ ਹੈ। ਜਿਵੇਂ ਪੱਠੀ ਹੈ, ਉਹ ਹੈ ਸੰਜਮ। ਜਿਹੜਾ ਸੁਨਿਆਰ ਹੈ, ਉਹ ਹੈ ਧੀਰਜ। ਜਿਸ ਤੇ ਰੱਖ ਕੇ ਕਾੜਤ ਘੜਨੀ ਹੈ, ਯਾਨੀ ਅਹਰਣ, ਉਹ ਹੈ ਸਮਝ। ਤੇ ਜਿਹੜੇ ਸੰਦ ਨੇ, ਉਹ ਹੈ ਅਧਿਆਤਮਿਕ ਗਿਆਨ। ਫਿਰ ਤੌਂਕੜੀ ਦਾ ਕੰਮ ਕਰਦਾ ਹੈ ਪਰਮਾਤਮਾ ਦਾ ਡਰ, ਤੇ ਅੱਗ ਬਣਦੀ ਹੈ ਤਪੱਸਿਆ ਤੇ ਸਵ ਅਨੁਸ਼ਾਸਨ, ਯਾਨੀ ਕਿ ਹਰ ਗੁਣ ਇੱਕ ਠੋਸ ਸੰਦ ਬਣ ਜਾਂਦਾ ਹੈ। ਤਾਂ ਫਿਰ ਇਸ ਸਾਰੀ ਮਿਹਨਤ ਦਾ, ਇਸ ਸੱਚੀ ਟਕਸਾਲ ਦਾ ਮਕਸਦ ਕੀ ਹੈ? ਇਸ ਵਿੱਚ ਸ਼ਬਦ ਨੂੰ ਘੜਿਆ ਜਾਂਦਾ ਹੈ, ਯਾਨੀ ਕਿ ਆਪਣੀ ਚੇਤਨਾ ਨੂੰ, ਆਪਣੀ ਸੁਰਤ ਨੂੰ ਇਸ ਤਰ੍ਹਾਂ ਢਾਲਿਆ ਜਾਂਦਾ ਹੈ ਕਿ ਉਹ ਬ੍ਰਹਮ ਸੱਚ ਦਾ ਹੀ ਇੱਕ ਰੂਪ ਬਣ ਜਾਵੇ। ਅੱਛਾ, ਇੰਨੀ ਮਿਹਨਤ, ਸੰਜਮ, ਧੀਰਜ, ਤਪ, ਇਹ ਸਭ ਤਾਂ ਇਨਸਾਨ ਦੇ ਹੱਥ ਵਿੱਚ ਹੈ। ਪਰ ਕੀ ਇਹ ਸਾਰਾ ਬਦਲਾਅ ਸਿਰਫ ਮਨੁੱਖੀ ਕੋਸ਼ਿਸ਼ ਨਾਲ ਹੀ ਹੋ ਜਾਂਦਾ ਹੈ, ਜਾਂ ਫਿਰ ਇਸ ਕਹਾਣੀ ਵਿੱਚ ਕੋਈ ਹੋਰ ਤਾਕਤ ਵੀ ਆਪਣਾ ਰੋਲ ਨਿਭਾਉਂਦੀ ਹੈ? ਬਾਣੀ ਸਾਨੂੰ ਦੱਸਦੀ ਹੈ ਕਿ ਇਹ ਸਾਰਾ ਅਧਿਆਤਮਿਕ ਕੰਮ, ਇਹ ਸਾਰੀ ਕਹਾੜਤ ਉਦੋਂ ਤੱਕ ਅਧੂਰੀ ਹੈ ਜਦੋਂ ਤੱਕ ਇਸ ਵਿੱਚ ਇੱਕ ਆਖਰੀ ਚੀਜ਼ ਨਾ ਜੁੜ ਜਾਵੇ, ਤੇ ਉਹ ਚੀਜ਼ ਇਨਸਾਨ ਦੇ ਕੰਟਰੋਲ ਤੋਂ, ਉਸ ਦੇ ਵੱਸ ਤੋਂ ਬਾਹਰ ਹੈ। ਉਹ ਹੈ ਬ੍ਰਹਮ ਦੀ ਕਿਰਪਾ, ਉਸ ਦੀ ਮਿਹਰ। ਇਸੇ ਗੱਲ ਨੂੰ ਬਾਣੀ ਬਹੁਤ ਖੂਬਸੂਰਤੀ ਨਾਲ ਬਿਆਨ ਕਰਦੀ ਹੈ। ਜਿਨ ਕੋ ਨਦਰ ਕਰਮ ਤਿਨਕਾਰ, ਮਤਲਬ ਜਿਨ੍ਹਾਂ ਉੱਤੇ ਉਸ ਪਰਮਾਤਮਾ ਦੀ ਮਿਹਰ ਦੀ ਨਜ਼ਰ ਹੋ ਜਾਂਦੀ ਹੈ, ਉਹਨਾਂ ਦੇ ਹੀ ਸਾਰੇ ਕੰਮ ਸੰਪੂਰਨ ਹੁੰਦੇ ਨੇ, ਸਿਰੇ ਚੜ੍ਹਦੇ ਨੇ। ਯਾਨੀ ਕਿ ਮਿਹਨਤ ਤੇ ਮਿਹਰ ਦੋਵੇਂ ਜ਼ਰੂਰੀ ਹਨ। ਤਾਂ ਫਿਰ ਜਦੋਂ ਮਿਹਨਤ ਅਤੇ ਮਿਹਰ ਦੋਵੇਂ ਮਿਲ ਜਾਂਦੇ ਹਨ, ਤਾਂ ਕੀ ਹੁੰਦਾ ਹੈ? ਇਹ ਸਫ਼ਰ ਕਿੱਥੇ ਪਹੁੰਚਦਾ ਹੈ? ਇਹ ਯਾਤਰਾ ਸਾਨੂੰ ਇੱਕ ਅਜਿਹੀ ਅਵਸਥਾ ਤੇ ਲੈ ਜਾਂਦੀ ਹੈ ਜਿਸ ਨੂੰ ਸੱਚਖੰਡ ਕਿਹਾ ਗਿਆ ਹੈ। ਇਹ ਸੱਚਖੰਡ, ਸੱਚ ਦਾ ਖੇਤਰ, ਕੋਈ ਭੂਗੋਲਿਕ ਜਗ੍ਹਾ ਨਹੀਂ ਹੈ। ਇਹ ਤਾਂ ਚੇਤਨਾ ਦੀ, ਕੌਨਸ਼ੀਅਸਨੈਸ ਦੀ ਉਹ ਅਵਸਥਾ ਹੈ ਜਿੱਥੇ ਨਿਰੰਕਾਰ ਯਾਨੀ ਬਿਨਾਂ ਕਿਸੇ ਆਕਾਰ ਵਾਲਾ ਪ੍ਰਭੂ ਆਪ ਵਸਦਾ ਹੈ, ਤੇ ਉੱਥੋਂ ਬੈਠ ਕੇ ਉਹ ਆਪਣੀ ਮਿਹਰ ਭਰੀ ਨਜ਼ਰ ਨਾਲ ਸਾਰੀ ਸ੍ਰਿਸ਼ਟੀ ਨੂੰ ਦੇਖ ਰਿਹਾ ਹੈ, ਉਸ ਨੂੰ ਸੰਭਾਲ ਰਿਹਾ ਹੈ। ਬਾਣੀ ਦੀ ਇਹ ਤੁਕ ਇਸੇ ਅਵਸਥਾ ਦੀ ਪੁਸ਼ਟੀ ਕਰਦੀ ਹੈ।
ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ। ਬਿਲਕੁਲ ਸਾਫ਼ ਹੈ। ਸੱਚ ਦੇ ਉਸ ਖੇਤਰ ਵਿੱਚ ਨਿਰੰਕਾਰ ਆਪ ਵਸਦਾ ਹੈ ਤੇ ਸਭ ਕੁਝ ਬਣਾ ਕੇ ਉਸ ਨੂੰ ਆਪਣੀ ਮਿਹਰ ਦੀ ਨਜ਼ਰ ਨਾਲ ਨਿਹਾਲ ਕਰ ਰਿਹਾ ਹੈ। ਇਹੀ ਇਸ ਅਧਿਆਤਮਿਕ ਸਫ਼ਰ ਦਾ ਸਿਖਰ ਹੈ। ਪਰ ਕੀ ਇਹ ਸਾਰੀ ਵਿਚਾਰਧਾਰਾ, ਇਹ ਸਾਰਾ ਦਰਸ਼ਨ ਸਿਰਫ ਕਿਸੇ ਦੂਸਰੀ ਦੁਨੀਆ ਜਾਂ ਪਰਲੋਕ ਦੀ ਗੱਲ ਹੈ? ਨਹੀਂ। ਜਪਜੀ ਸਾਹਿਬ ਦੀ ਖੂਬਸੂਰਤੀ ਇਹ ਹੈ ਕਿ ਇਹ ਸਾਨੂੰ ਇਸੇ ਧਰਤੀ ਤੇ, ਇਸੇ ਸੰਸਾਰ ਵਿੱਚ ਇੱਕ ਪਰਿਵਾਰ ਵਾਂਗ ਕਿਵੇਂ ਰਹਿਣਾ ਹੈ, ਇਸ ਦਾ ਢਾਂਚਾ ਵੀ ਦਿੰਦਾ ਹੈ। ਜਪੁਜੀ ਸਾਹਿਬ ਦਾ ਬਿਲਕੁਲ ਆਖਰੀ ਸ਼ਲੋਕ ਇਸ ਉੱਚੇ ਆਦਰਸ਼ ਨੂੰ ਸਾਡੀ ਰੋਜ਼ਾਨਾ ਜ਼ਿੰਦਗੀ ਵਿੱਚ ਲੈ ਆਉਂਦਾ ਹੈ। ਇਹ ਪੂਰੇ ਸੰਸਾਰ ਨੂੰ ਇੱਕ ਵੱਡੇ ਜੁੜੇ ਹੋਏ ਪਰਿਵਾਰ ਦੇ ਰੂਪ ਵਿੱਚ ਦੇਖਣ ਦਾ ਨਜ਼ਰੀਆ ਦਿੰਦਾ ਹੈ। ਇਹ ਦੇਖੋ ਕਿੰਨਾ ਖੂਬਸੂਰਤ ਨਜ਼ਾਰਾ ਹੈ। ਹਵਾ ਯਾਨੀ ਪਵਨ ਸਾਡਾ ਗੁਰੂ ਹੈ, ਪਾਣੀ ਪਿਤਾ ਹੈ ਤੇ ਧਰਤੀ ਸਾਡੀ ਮਹਾਨ ਮਾਤਾ ਹੈ। ਤੇ ਦਿਨ ਤੇ ਰਾਤ ਉਹ ਦੋ ਦਾਈਆਂ ਵਾਂਗ ਨੇ ਜਿਨ੍ਹਾਂ ਦੀ ਗੋਦ ਵਿੱਚ ਇਹ ਸਾਰਾ ਸੰਸਾਰ ਖੇਡ ਰਿਹਾ ਹੈ। ਇੱਕ ਬਹੁਤ ਹੀ ਡੂੰਗੀ ਵਾਤਾਵਰਣਿਕ ਤੇ ਸਮਾਜਿਕ ਸੋਚ ਹੈ। ਤੇ ਬਿਲਕੁਲ ਅੰਤ ਵਿੱਚ ਇਹ ਸਾਰੀ ਵਿਚਾਰਧਾਰਾ ਸਾਨੂੰ ਇੱਕ ਬਹੁਤ ਹੀ ਵੱਡੇ ਸਵਾਲ ਦੇ ਸਾਹਮਣੇ ਲਿਆ ਕੇ ਖੜਾ ਕਰ ਦਿੰਦੀ ਹੈ। ਚੰਗਿਆਈਆਂ ਬੁਰਾਈਆਂ ਵਾਚੈ ਧਰਮ ਹਦੂਰ, ਯਾਨੀ ਕਿ ਸਾਡੇ ਚੰਗੇ ਤੇ ਮਾੜੇ ਕਰਮ ਸਭ ਪ੍ਰਭੂ ਦੀ ਹਜ਼ੂਰੀ ਵਿੱਚ ਪੜੇ ਜਾਂਦੇ ਨੇ। ਫਿਰ ਕੇ ਨੇੜੇ ਕੇ ਦੂਰ, ਕੁਝ ਨੇੜੇ ਕਰ ਲਏ ਜਾਂਦੇ ਨੇ ਤੇ ਕੁਝ ਦੂਰ ਕਰ ਦਿੱਤੇ ਜਾਂਦੇ ਨੇ। ਤਾਂ ਸਵਾਲ ਇਹ ਹੈ ਕਿ ਉਹ ਕਿਹੜੀ ਚੀਜ਼ ਹੈ ਜੋ ਕਿਸੇ ਨੂੰ ਪਰਮਾਤਮਾ ਦੇ ਨੇੜੇ ਲੈ ਕੇ ਜਾਂਦੀ ਹੈ ਤੇ ਕਿਹੜੀ ਚੀਜ਼ ਦੂਰ ਕਰ ਦਿੰਦੀ ਹੈ? ਇਹੋ ਸਵਾਲ ਹੈ ਜਿਸ ਦਾ ਜਵਾਬ ਹਰ ਇੱਕ ਨੇ ਆਪਣੇ ਅੰਦਰ ਲੱਭਣਾ ਹੈ।